ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਸੀਂ ਤੁਹਾਨੂੰ ਸੰਤ ਬਾਬਾ ਆਨੰਦ ਸਿੰਘ ਜੀ ਨਾਨਕਸਰ ਕਲੇਰਾਂ ਵਾਲਿਆਂ ਦੇ ਜੀਵਨ ਸਾਖੀ ਬਾਰੇ ਤੁਹਾਨੂੰ ਜਾਣੂ ਕਰਾਉਣ ਜਾ ਰਹੇ ਹਾਂ, ਜੋ ਕਿ ਉਹਨਾਂ ਦੀ ਬੁੱਕ ਆਨੰਦ ਸਰੋਵਰ ਜੀਵਨ ਸੰਤ ਬਾਬਾ ਆਨੰਦ ਸਿੰਘ ਜੀ ਨਾਨਕਸਰ ਕਲੇਰਾਂ ਵਾਲੇ ਭਾਗ ਪਹਿਲਾ ਵਿੱਚ ਦਰਜ ਹਨ। ਕੁਝ ਸਾਖੀਆਂ ਅਸੀਂ ਪਹਿਲੇ ਪਾਠ ਵਿੱਚ ਤੁਹਾਡੇ ਨਾਲ ਸ਼ੇਅਰ ਕਰ ਚੁੱਕੇ ਹਾਂ, ਤੁਸੀਂ ਉਹਨਾਂ ਨੂੰ ਸੁਣ ਸਕਦੇ ਹੋ। ਤੇ ਅੱਜ ਅਸੀਂ ਗੱਲ ਕਰਾਂਗੇ ਜਦੋਂ ਸੰਤ ਬਾਬਾ ਆਨੰਦ ਸਿੰਘ ਜੀ ਵਾਪਸ ਬਠਿੰਡੇ ਵੱਲ ਨੂੰ ਉਹਨਾਂ ਨੇ ਫੇਰਾ ਪਾਇਆ ਸੀ। ਬਠਿੰਡੇ ਵੱਲ ਇਹ ਸੰਨ 1930 ਦੇ ਅਕਤੂਬਰ ਨਵੰਬਰ ਦੇ ਮਹੀਨੇ ਇਲਾਹੀ ਮਾਲਕ ਦੀ ਪ੍ਰੇਰਨਾ ਅਨੁਸਾਰ ਲਹਿਰੇ ਤੋਂ ਮੁੜਦਿਆਂ ਸ਼ਹਿਰ ਬਠਿੰਡੇ ਦੇ ਨੇੜੇ ਨਵੇਂ ਪਿੰਡ ਦੀ ਸੰਗਤ ਨੂੰ ਨਿਵਾਜਿਆ। ਇਹ ਨਵਾਂ ਪਿੰਡ ਨਾਮੀ ਨਗਰ ਲਹਿਰੇ ਖਾਨੇ ਦੇ ਜ਼ਿਮੀਂਦਾਰਾਂ ਨੇ ਵਸਾਇਆ ਹੋਇਆ ਸੀ ਅਤੇ ਬੀੜ ਤਲਾਬ ਤੋਂ ਪਹਾੜ ਪੱਛਮ ਦੀ ਨੁਕਰੇ 2 ਕੁ ਮੀਲ ਦੀ ਵਿੱਥ ਤੇ ਵਸ ਰਿਹਾ ਸੀ। ਬੀੜ ਤਲਾਬ ਵੀ ਇੱਕ ਅਨੋਖੀ ਜਿਹੀ ਥਾਂ ਸੀ। ਬੀੜ ਤਾਂ ਜੰਗਲ ਜਾਂ ਪਸ਼ੂਆਂ ਦੇ ਚਰਾਦ ਰੱਖ ਨੂੰ ਕਹਿੰਦੇ ਹਨ ਤੇ ਤਲਾਬ ਦਾ ਲਫ਼ਜ਼ ਬਹੁਤ ਪਾਣੀ ਦੇ ਇਕੱਠ ਹੋਣ ਕਰਕੇ ਨਾਲ ਲੱਗ ਪਿਆ। ਇਸ ਵਿੱਚ ਸਰਕੜਾ, ਝਾੜ, ਟਾਹਲੀਆਂ ਆਦਿ ਉੱਗੇ ਹੋਣ ਕਰਕੇ ਇੱਕ ਬਹੁਤ ਵੱਡਾ ਝੱਲ ਲਗਭਗ 2000 ਏਕੜ ਵਿੱਚ ਸੀ। ਬੜੇ ਬੜੇ ਡਾਕੂ ਆਣ ਕੇ ਇੱਥੇ ਲੁਕ ਜਾਂਦੇ ਸਨ। ਇਸ ਨੂੰ ਸਰਹੰਦ ਕੈਨਾਲ ਦੀ ਬਠਿੰਡਾ ਬ੍ਰਾਂਚ ਲੱਗਦੀ ਸੀ। ਇਸ ਬੀੜ ਵਿੱਚ ਇੱਕ ਵੇਰੀ ਕੋਈ ਚਲਾ ਜਾਂਦਾ ਤੇ ਜੇ ਰਾਹ ਭੁੱਲ ਜਾਵੇ ਤਾਂ ਉਹ ਬੋਂਦਲ ਜਾਂਦਾ ਸੀ। ਸਾਡੇ ਬਾਬਾ ਜੀ ਇਹੋ ਜਿਹੀਆਂ ਨਵੇਕਲੀਆਂ ਤੇ ਬਿਕਥਾਵਾਂ ਨੂੰ ਹੀ ਪਸੰਦ ਕੀਤਾ ਕਰਦੇ ਸਨ। ਇਹ ਸਾਰੀ ਜ਼ਮੀਨ ਦੀ ਮਲਕੀਅਤ ਮਹਿਕਮਾ ਨਹਿਰ ਦੀ ਸੀ ਤੇ ਮਾਲ ਚਾਰੂਆਂ ਨੂੰ ਠੇਕੇ ਤੇ ਦੇ ਦਿੱਤੀ ਜਾਂਦੀ ਸੀ। ਰਜਬਾਹੇ ਉੱਤੇ 4-5 ਏਕੜ ਰਬੜ ਦੀ ਰੱਖ ਲੱਗੀ ਹੋਈ ਸੀ। ਇਸ ਕਰਕੇ ਜਗ੍ਹਾ ਹੋਰ ਵੀ ਪਸੰਦ ਆ ਗਈ। ਸੰਗਤ ਵਿੱਚੋਂ ਕਈ ਕਿਹਾ ਕਰਦੇ ਕਿ ਇੱਥੇ ਇਤਨਾ ਜੰਗਲ ਹੈ ਕਿ ਸਾਨੂੰ ਇਕੱਲੇ ਦੁਕੱਲੇ ਆਉਣ ਵਿੱਚ ਡਰ ਲੱਗਦਾ ਹੈ। ਸੋ ਇੱਕ ਵੇਰੀ ਬਾਬਾ ਜੀ ਨੇ ਫਰਮਾਇਆ, ਡਰ ਦੀ ਕੋਈ ਗੱਲ ਨਹੀਂ, ਇਹ ਤਾਂ ਐਸੀ ਜਗ੍ਹਾ ਬਣ ਜਾਏਗੀ ਕਿ ਤੁਹਾਡਾ ਜੀ ਆਪੇ ਲੱਗਿਆ ਕਰੇਗਾ। ਇੱਥੋਂ ਦੀ ਸੰਗਤ ਬੜਾ ਪ੍ਰੇਮ ਕਰਨ ਲੱਗ ਪਈ। ਭਾਈ ਪ੍ਰੇਮ ਸਿੰਘ ਦੇ ਖੇਤ ਵਿੱਚ ਅੱਛਾ ਵੱਡਾ ਠਾਠ ਬਣਾ ਦਿੱਤਾ ਗਿਆ। ਕੀਰਤਨ ਤੋਂ ਛੁੱਟ ਕਥਾ ਦਾ ਪ੍ਰੋਗਰਾਮ ਵੀ ਚੱਲ ਪਿਆ। ਇਸ ਵੇਰੀ 5 ਕੁ ਮਹੀਨੇ ਠਹਿਰ ਕੇ ਸੰਗਤਾਂ ਨੂੰ ਨਿਹਾਲ ਕੀਤਾ। ਸਾਰੇ ਨਗਰ ਨੇ ਹੀ ਬੜੇ ਜ਼ੋਰ ਸ਼ੋਰ ਨਾਲ ਸੇਵਾ ਕੀਤੀ। ਪੂਰਨਮਾਸ਼ੀ ਤੇ ਦੂਰ ਦਰਾਂਡਿਓਂ ਸੰਗਤ ਦਰਸ਼ਨਾਂ ਨੂੰ ਆਉਂਦੀ ਰਹੀ। ਹੁਣ ਝੁੱਗੇ ਖੁਰਦ, ਤਿਉਣਾ, ਨਰੂਆਣਾ, ਬਹਿਮਨ, ਦੀਵਾਨਾ ਦੀ ਸੰਗਤ ਵੀ ਆਉਣ ਲੱਗ ਪਈ। ਝੁੱਗੇ ਦੇ ਪੰਡਤ ਮੁਨਸ਼ੀ ਰਾਮ ਤੇ ਖਾਸ ਕਿਰਪਾ ਹੋਈ। ਉਹ ਤਾਂ ਕਿਤਨੀ ਦੂਰ ਤੋਂ ਡੰਡੌਤ ਕਰਿਆ ਕਰਦਾ। ਮਾਘ ਦੀ ਪੂਰਨਮਾਸ਼ੀ ਨੂੰ ਸ਼ਾਮ ਦੇ ਕੀਰਤਨ ਵਿੱਚ ਬਾਬਾ ਜੀ ਨੇ ਬਚਨ ਕੀਤਾ ਕਿ ਸਾਰੀ ਸੰਗਤ ਇੱਕ ਮਨ ਹੋ ਕੇ ਪੂਰਨ ਸ਼ਰਧਾ ਨਾਲ ਗੁਰੂ ਨਾਨਕ ਦੇ ਚਰਨਾਂ ਵਿੱਚ ਸੁਰਤੀ ਜੋੜੇ ਤਾਂ ਅੱਜ ਪਾਤਸ਼ਾਹ ਦਰਸ਼ਨ ਦੇਣਗੇ। ਸੋ ਜਦ ਰਾਤ ਦੇ 12 ਕੁ ਵਜੇ ਬਾਬਾ ਜੀ ਭੋਗ ਲਗਵਾਉਣ ਲੱਗੇ ਤਾਂ ਲੱਠੇ ਦੇ ਪਰਦੇ ਪਿੱਛੇ ਜੋ ਪ੍ਰਕਾਸ਼ ਹੋਇਆ ਉਹ ਅਦਭੁਤ ਸੀ। ਸਭ ਦੀਆਂ ਅੱਖਾਂ ਚੁੰਦੀਆਂ ਗਈਆਂ। ਜਦ ਭੋਗ ਲਗਵਾ ਕੇ ਬਾਹਰ ਆਏ ਤਾਂ ਸੰਗਤ ਤੋਂ ਪੁੱਛਿਆ, ਕਿਉਂ, ਕੋਈ ਨਜ਼ਾਰਾ ਸੀ? ਸੰਗਤ ਨੇ ਹੱਥ ਜੋੜ ਕੇ ਬੇਨਤੀ ਕੀਤੀ, ਬਾਬਾ ਜੀ ਤੁਹਾਡੀਆਂ ਤੁਸੀਂ ਹੀ ਜਾਣੋ। ਪ੍ਰਕਾਸ਼ ਤਾਂ ਹੱਦ ਦਰਜੇ ਦਾ ਸੀ, ਪਰ ਸਾਥੋਂ ਕੋਈ ਸਰੂਪ ਦੇਖਿਆ ਨਹੀਂ ਗਿਆ, ਅਸੀਂ ਝਾਕ ਨਹੀਂ ਸਕੇ। ਬਾਬਾ ਜੀ, ਭਾਈ ਸਰੂਪ ਨੂੰ ਤਾਂ ਉਹ ਹੀ ਦੇਖ ਸਕਦਾ ਹੈ ਜਿਸ ਦੇ ਨੇਤਰਾਂ ਵਿੱਚ ਉਹ ਵਸੇ ਹੋਏ ਹੋਣ। ਤੁਹਾਡੇ ਨੇਤਰਾਂ ਉੱਤੇ ਹਾਲੀ ਪਾਪਾਂ ਦੇ ਪਰਦੇ ਹਨ ਜੋ ਦੇਖਣ ਨਹੀਂ ਦਿੰਦੇ। ਇਹ ਵੀ ਤੁਹਾਡੇ ਪੁੰਨਾਂ ਦਾ ਫਲ ਹੈ ਕਿ ਤੁਸੀਂ ਪ੍ਰਕਾਸ਼ ਤਾਂ ਦੇਖ ਸਕਦੇ ਹੋ, ਨਹੀਂ ਤਾਂ ਆਮ ਆਦਮੀ ਨੂੰ ਪ੍ਰਕਾਸ਼ ਵੀ ਦਿਖਾਈ ਨਹੀਂ ਦਿੰਦਾ। ਇੱਥੇ ਹੋਈਆਂ ਕੁਝ ਹੋਰ ਘਟਨਾਵਾਂ ਦਾ ਹਾਲ ਪੰਡਤ ਕਿਸ਼ਨ ਸਿੰਘ ਜੀ ਤੇ ਸਰਦਾਰ ਹੀਰਾ ਸਿੰਘ ਸਿੱਧੂ ਦੀ ਹੱਡ ਬੀਤੀਆਂ ਵਿੱਚ ਪੜ੍ਹਿਆ ਜਾਵੇ। ਸਰਦਾਰ ਹੀਰਾ ਸਿੰਘ ਦੇ ਕਥਨ ਅਨੁਸਾਰ ਇਹਨਾਂ ਦਿਨਾਂ ਦੀ ਗੱਲ ਹੈ ਕਿ ਇੱਕ ਦਿਨ 10 ਵਜੇ ਸਵੇਰੇ ਲਹਿਰੇ ਵਾਲਿਆਂ ਨੇ, ਜੋ ਦਰਸ਼ਨਾਂ ਨੂੰ ਆਏ ਹੋਏ ਹਨ, ਬਾਬਾ ਜੀ ਨੂੰ ਪੁੱਛਿਆ ਕਿ ਕੀ ਗੁਰੂ ਨਾਨਕ ਪਾਤਸ਼ਾਹ ਦੇ ਦਰਸ਼ਨ ਰੋਜ਼ ਹੋ ਜਾਂਦੇ ਹਨ? ਬਾਬਾ ਜੀ, ਤੁਹਾਡੀ ਕਿਰਪਾ ਨਾਲ ਹੋ ਹੀ ਜਾਂਦੇ ਹਨ। ਬਾਬਾ ਵਧਾਵਾ ਸਿੰਘ ਜੀ
ਤਾਂ ਅੱਜ ਸਾਨੂੰ ਵੀ ਦਰਸ਼ਨ ਕਰਾਓ। ਜਿਵੇਂ ਤੁਹਾਡਾ ਹੁਕਮ ਕਹਿ ਕੇ ਬਾਬਾ ਜੀ ਨੇ ਮੈਨੂੰ ਵੀ ਇੱਕ ਪਾਸੇ ਕਰ ਦਿੱਤਾ, ਕਿਉਂਕਿ ਹੋਰ ਸੇਵਕ ਤਾਂ ਅੱਗੇ ਹੀ ਬਾਹਰ ਸਨ। ਘੰਟਾ ਡੇਢ ਪਿੱਛੋਂ ਜਦ ਮੈਂ ਉਹਨਾਂ ਦੀ ਹਜ਼ੂਰੀ ਵਿੱਚ ਗਿਆ ਤਾਂ ਲਹਿਰੇ ਵਾਲਿਆਂ ਦੇ ਨੇਤਰਾਂ ਵਿੱਚ ਇਉਂ ਜਲ ਜਾ ਰਿਹਾ ਸੀ ਜਿਵੇਂ ਕਿਸੇ ਨੂੰ ਕੋਈ ਮਿਲ ਕੇ ਉਸ ਤੋਂ ਵਿਛੜਿਆ ਹੁੰਦਾ ਹੈ। ਉਸ ਵੇਲੇ ਬਾਬਾ ਜੀ ਆਪਣੀ ਨਿੱਤ ਕਿਰਿਆ ਵਾਸਤੇ ਅੰਦਰ ਜਾ ਚੁੱਕੇ ਸਨ। ਲਗਭਗ 1 ਵਜੇ ਦਾ ਸਮਾਂ ਹੋ ਗਿਆ ਸੀ। ਮੈਂ ਲਹਿਰੇ ਵਾਲਿਆਂ ਨੂੰ ਪੁੱਛਿਆ, ਬਾਬਾ ਜੀ ਕੀ ਗੱਲ ਹੈ, ਤੁਸੀਂ ਇਤਨੇ ਉਦਾਸ ਹੋ, ਤੁਹਾਡੇ ਨੇਤਰਾਂ ਤੋਂ ਜਲ ਜਾ ਰਿਹਾ ਹੈ। ਉਹਨਾਂ ਨੇ ਭੋਲੇ ਪਾ, ਜਿਵੇਂ ਕਿ ਉਹਨਾਂ ਦਾ ਸੁਭਾਅ ਸੀ, ਕਹਿ ਦਿੱਤਾ, ਜੇ ਤਾਂ ਅਸੀਂ ਉਸ ਆਨੰਦ ਨੂੰ ਵੇਖਦੇ ਹਾਂ ਤਾਂ ਤੇ ਖੁਸ਼ੀ ਦਾ ਕੋਈ ਅੰਤ ਨਹੀਂ, ਪਰ ਜਦ ਉਸ ਆਨੰਦ ਤੋਂ ਵਿਛੋੜੇ ਦਾ ਖਿਆਲ ਆਉਂਦਾ ਹੈ ਤਾਂ ਦਿਲ ਤੇ ਬੜਾ ਵੈਰਾਗ ਵਾਪਰਦਾ ਹੈ। ਇਹਨਾਂ ਬਚਨਾਂ ਤੋਂ ਮੈਂ ਅਨੁਮਾਨ ਲਾਇਆ ਕਿ ਅੱਜ ਇਹਨਾਂ ਨੂੰ ਦਰਸ਼ਨ ਹੋਏ ਹਨ। ਹੁਣ ਇੱਥੋਂ ਆਸਣ ਚੁੱਕਣ ਦਾ ਸਮਾਂ ਆ ਗਿਆ ਸੀ। ਸੋ ਕਲੇਰਾਂ ਦੇ ਮੁਖੀ ਸੰਗੀਆਂ ਸਰਦਾਰ ਰਤਨ ਸਿੰਘ, ਸਰਦਾਰ ਜੋਗਿੰਦਰ ਸਿੰਘ, ਭਾਈ ਨੱਥਾ ਸਿੰਘ ਹੋਰਾਂ ਨੂੰ ਅਤੀਵ ਪ੍ਰੇਰਨਾ ਹੋਈ। ਉਹ ਲੈਣ ਵਾਸਤੇ ਹਾਜ਼ਰ ਹੋਏ। ਇਲਾਕੇ ਦੇ ਸੇਵਕਾਂ, ਸੰਗੀਆਂ ਤੇ ਹੋਰ ਸਭ ਸੰਗਤਾਂ ਨੂੰ ਬਹੁਤ ਖੁਸ਼ੀਆਂ ਬਖਸ਼ ਕੇ ਬਾਬਾ ਜੀ ਨੇ ਮਾਲਵੇ ਵੱਲ ਚਾਲੇ ਪਾਏ। ਰਾਹ ਵਿੱਚ 1 ਅੱਧਾ ਦਿਨ ਸਾਰਾਗੜ੍ਹੀ ਦੇ ਗੁਰਦੁਆਰੇ ਠਹਿਰਦੇ ਹੋਏ, ਜਿੱਥੇ ਕਿਸੇ ਸਮੇਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਦਰਸ਼ਨ ਹੋਏ ਸਨ, ਠਾਠ ਤੇ ਪੁੱਜ ਗਏ ਤੇ ਉਡੀਕਮਾਨ ਸੰਗਤਾਂ ਦੇ ਤਪਤ ਹਿਰਦਿਆਂ ਨੂੰ ਠੰਡ ਪਾਈ। ਛੇਤੀ ਹੀ ਵਿਸਾਖੀ ਦਾ ਪੁਰਬ ਆ ਗਿਆ ਤੇ ਆਪਣੇ ਨੇਮ ਅਨੁਸਾਰ ਸਥਾਨਕ ਸੰਗਤ ਸਹਿਤ ਸ੍ਰੀ ਦਮਦਮਾ ਸਾਹਿਬ ਦੇ ਦਰਸ਼ਨਾਂ ਲਈ ਪਧਾਰੇ ਤੇ ਜਾਂਦਿਆਂ ਆਉਂਦਿਆਂ ਰਾਹ ਦੀਆਂ ਸੰਗਤਾਂ ਨੂੰ ਕਿਰਤਾਰਥ ਕੀਤਾ। ਗਰਮੀਆਂ ਦੀ ਇਹ ਰੁੱਤ ਮਾਲਵੇ ਵਿੱਚ ਹੀ ਬਤੀਤ ਕੀਤੀ। ਇਸ ਸਮੇਂ ਕਈ ਕੌਤਕ ਹੋਏ ਹੋਣਗੇ ਜਿਨ੍ਹਾਂ ਦਾ ਹੁਣ ਪਤਾ ਕਰਨਾ ਕਠਿਨ ਹੈ। ਉਧਰ ਸ੍ਰੀ ਤਰਨਤਾਰਨ ਦੇ ਮਹਾਂ ਸਰੋਵਰ ਦੀ ਕਾਰ ਸੇਵਾ ਸ਼ੁਰੂ ਹੋ ਚੁੱਕੀ ਸੀ। ਸੋ ਸੰਗਤ ਸਹਿਤ ਸ੍ਰੀ ਅੰਮ੍ਰਿਤਸਰ ਵੱਲ ਚਾਲੇ ਪਾਏ। ਇੱਕ ਰਾਤ ਨਹਿਰ ਤੇ ਠਹਿਰੇ। ਸ੍ਰੀ ਤਰਨਤਾਰਨ ਪੁੱਜ ਕੇ ਕਾਰ ਸੇਵਾ ਵਿੱਚ ਹਿੱਸਾ ਲਿਆ ਤੇ ਪਵਿੱਤਰ ਗਾਰੇ ਦੀਆਂ ਟੋਕਰੀਆਂ ਆਪ ਚੁੱਕ ਕੇ ਬਾਹਰ ਸੁੱਟੀਆਂ। ਸੰਤ ਬਾਬਾ ਗੁਰਮੁਖ ਸਿੰਘ ਜੀ ਨਾਲ, ਜਿਨ੍ਹਾਂ ਨੇ ਕਾਰ ਸੇਵਾ ਦਾ ਬੀੜਾ ਚੁੱਕਿਆ ਹੋਇਆ ਸੀ, ਪ੍ਰੇਮ ਭੇਟ ਹੋਈ। ਸੰਗੀਆਂ ਨੇ ਵੀ ਸੇਵਾ ਦੇ ਇਸ ਕੁੰਭ ਵਿੱਚ ਹਿੱਸਾ ਪਾਇਆ। ਦੀਵਾਨ ਸਜਿਆ, ਰਾਗੀ ਜਥੇ ਨੇ ਕੀਰਤਨ ਕੀਤਾ, ਬਾਬਾ ਜੀ ਨੇ ਬਾਣੀ ਕੀਤੀ ਤੇ ਫਿਰ ਦਰਬਾਰ ਸਾਹਿਬ ਵੱਲੋਂ ਖੁਸ਼ੀਆਂ ਪ੍ਰਾਪਤ ਕਰਕੇ ਉਸੇ ਰਾਹ ਵਾਪਸ ਚਾਲੇ ਪਾਏ। ਸਵੇਰ ਦਾ ਦੀਵਾਨ ਫਿਰ ਨਹਿਰ ਦੇ ਨੇੜੇ ਸਜਿਆ, ਜਿਸ ਵਿੱਚ ਚੂਨੀਆਂ ਦੇ ਸਰਦਾਰ ਖੁਸ਼ਹਾਲ ਸਿੰਘ ਨੇ ਭਾਈ ਚਾਂਦ ਤੇ ਫੈਜ ਪ੍ਰਸਿੱਧ ਰਾਗੀਆਂ ਤੋਂ ਕੀਰਤਨ ਕਰਵਾਉਣ ਦਾ ਪ੍ਰਬੰਧ ਕੀਤਾ ਹੋਇਆ ਸੀ। ਸਰ ਸੁੰਦਰ ਸਿੰਘ ਜੀ ਦੀ ਮਜੀਠੀਏ ਨੇ ਹਾਜ਼ਰ ਹੋ ਕੇ ਕੋਠੀ ਵਿੱਚ ਚਰਨ ਪਾਉਣ ਦੀ ਬੇਨਤੀ ਕੀਤੀ। ਪਹਿਲਾਂ ਤਾਂ ਇਹ ਕਹਿ ਕੇ ਫਕੀਰਾਂ ਦਾ ਕੋਠੀਆਂ ਵਿੱਚ ਜਾਣ ਦਾ ਕੀ ਕੰਮ ਰਾਜੀ ਨਾ ਹੋਏ, ਪਰ ਸਰਦਾਰ ਜੀ ਦਾ ਸ਼ਰਧਾ ਤੇ ਪਿਆਰ ਨੂੰ ਸਤਿਕਾਰਦੇ ਹੋਏ ਥੋੜਾ ਸਮਾਂ ਦੇਣਾ ਮੰਨ ਗਏ ਤੇ ਜਲ ਪਾਣੀ ਛਕਾਉਣ ਦੀ ਸੇਵਾ ਬਖਸ਼ੀ। ਇਸੇ ਅਵਸਰ ਤੇ ਜਦ ਸ੍ਰੀ ਅਕਾਲ ਤਖਤ ਦੇ ਦਰਸ਼ਨਾਂ ਨੂੰ ਗਏ ਤਾਂ ਨਾਲ ਦੀ ਸੰਗਤ ਦੇ, ਜੋ ਬਹੁਤ ਕਰਕੇ ਝੋੜਾਂ ਦੇ ਇਲਾਕੇ ਦੇ ਜ਼ਿਮੀਂਦਾਰਾਂ ਸਿੰਘਾਂ ਦੀ ਸੀ, ਤੇੜ ਚਾਦਰੇ ਬੰਨੇ ਹੋਏ ਵੇਖ ਅਕਾਲੀ ਪਹਿਰੇਦਾਰਾਂ ਨੇ ਤਖਤ ਸਾਹਿਬ ਦੇ ਉੱਤੇ ਚੜ੍ਹਨ ਤੋਂ ਸੰਗਤ ਨੂੰ ਰੋਕ ਦਿੱਤਾ। ਬਾਬਾ ਜੀ ਨੇ ਇਹ ਫਰਮਾਉਂਦਿਆਂ ਕਿ ਸਾਡੇ ਸਾਥੀ ਸਭ ਅੰਮ੍ਰਿਤਧਾਰੀ ਹਨ, ਸੰਗੀਆਂ ਨੂੰ ਉੱਚੀ ਦੇ ਕੇ ਕਿਹਾ, ਭਾਈ ਜਿਸ ਨੇ ਅੰਮ੍ਰਿਤ ਛਕਿਆ ਹੋਇਆ ਹੈ ਉਹ ਬਾਹਾਂ ਖੜੀ ਕਰੇ। ਸਭ ਅੰਮ੍ਰਿਤਧਾਰੀ ਸਨ, ਸਭ ਨੇ ਬਾਹਾਂ ਖੜੀਆਂ ਕਰ ਦਿੱਤੀਆਂ। ਫਿਰ ਸਭ ਦੇ ਚਾਦਰੇ ਉੱਥੇ ਹੀ ਲੁਹਾਏ। ਸਾਰਿਆਂ ਦੇ ਹੇਠਾਂ ਕਛਹਿਰੇ ਪਾਏ ਹੋਏ ਵੇਖ ਕੇ ਪ੍ਰਬੰਧਕ ਹੈਰਾਨ ਹੋਏ ਤੇ ਸਭ ਨੂੰ ਉੱਤੇ ਚੜ੍ਹ ਕੇ ਦਰਸ਼ਨ ਕਰਨ ਦੀ ਆਗਿਆ ਦੇ ਦਿੱਤੀ। ਬਾਬਾ ਜੀ ਨੇ ਇਤਿਹਾਸਿਕ ਸ਼ਸਤਰਾਂ ਦੇ ਦਰਸ਼ਨ ਕੀਤੇ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਉਚਿਤ ਸੇਵਾ ਸੰਬੰਧੀ ਸੇਵਾਦਾਰ ਨੂੰ ਸੂਝੀ ਪਾਈ। ਤਰਨਤਾਰਨ ਸਾਹਿਬ ਦੀ ਕਾਰ ਸੇਵਾ ਹਾਲੀ ਮੁੱਕੀ ਨਹੀਂ ਸੀ ਕਿ ਇੱਕ 34 ਕੁ ਵਰ੍ਹਿਆਂ ਦਾ ਜ਼ਿਮੀਂਦਾਰ ਸਿੰਘ ਬਾਬਾ ਜੀ ਦੇ ਪਾਸ ਆਣ ਕੇ ਰੋਇਆ ਕਿ ਉਸ ਨੂੰ ਕਰਮ ਰੋਗ ਭਾਵ ਕੋਹੜ ਹੋ ਗਿਆ ਹੈ ਤੇ ਉਸ ਤੇ ਬਖਸ਼ਿਸ਼ ਕੀਤੀ ਜਾਵੇ। ਬਾਬਾ ਜੀ ਗੁਰੂ ਕਿਰਿਆ ਦੀ ਮਰਿਆਦਾ ਬੱਝੀ ਹੋਈ ਹੈ
ਤਰਨ ਤਾਰਨ ਸਾਹਿਬ ਜਾਓ, ਉੱਥੇ ਕਾਰ ਸੇਵਾ ਲੱਗੀ ਹੋਈ ਹੈ। ਜਿਤਨੀ ਸੇਵਾ ਕਰੋਗੇ, ਟੋਕਰੀਆਂ ਸੁੱਟੋਗੇ, ਉਤਨੀ ਛੇਤੀ ਰੋਗ ਕੱਟਿਆ ਜਾਵੇਗਾ। ਬਾਬਾ ਜੀ ਦੇ ਬਖਸ਼ਿਸ਼ ਭਰੇ ਬਚਨ ਮੰਨ ਕੇ ਉਹ ਤਰਨ ਤਾਰਨ ਸਾਹਿਬ ਗਿਆ, ਸੇਵਾ ਕੀਤੀ ਤੇ ਮਹੀਨੇ ਦੇ ਅੰਦਰ ਅੰਦਰ ਹੀ ਠੀਕ ਹੋ ਗਿਆ। ਹੁਣ ਸਨ 1932 ਚੜ੍ਹ ਚੁੱਕਿਆ ਸੀ। ਮਾਝੇ ਦੀ ਸੰਗਤ ਦੀਆਂ ਅਰਦਾਸਾਂ ਦਬਾਦਬ ਆ ਰਹੀਆਂ ਸਨ। ਮਾਘ ਮਹੀਨੇ ਦਾ ਅਖੀਰ ਸੀ ਕਿ 15-20 ਸੰਗੀਆਂ ਦੇ ਜੱਥੇ ਸਮੇਤ ਬਾਬਾ ਜੀ ਨੇ ਬਿਨਾਂ ਕਿਸੇ ਸਥਾਨਕ ਸੰਗੀ ਨੂੰ ਸੂਚਨਾ ਦੇਣ ਤੋਂ ਦੁਪਹਿਰ ਪਿੱਛੋਂ ਚੂਨੀਆਂ ਪੁੱਜ ਗਏ। ਟਿਕਾਣਾ ਐਤਕੀਵੀਂ ਬਿਸ਼ਨਨਾਥ ਦੇ ਸਥਾਨ 'ਤੇ ਕਰਨ ਦਾ ਵਿਚਾਰ ਸੀ। ਲਾਲਾ ਧਨਪਤ ਰਾਏ ਹੋਰਾਂ ਨੂੰ ਪਤਾ ਲੱਗਣ ਦੀ ਦੇਰ ਸੀ ਕਿ ਉਹਨਾਂ ਇੱਕ ਗੱਡਾ ਜਵਾਂ, ਇਸ਼ਨਾਨ ਕਰਨ ਦਾ ਸਮਾਨ, ਟੱਬ, ਦੇਗਬਰਾ, ਲੱਕੜਾਂ, ਹੇਠਾਂ ਵਿਛਾਉਣ ਲਈ ਪਰਾਲੀ ਦੀਆਂ 2 ਪੰਡਾਂ, ਲੋੜੀਂਦੇ ਬਿਸਤਰੇ, ਸੰਗਤ ਦੇ ਛਕਣ ਲਈ ਇੱਕ ਦੁੱਧ ਦੀ ਗਾਗਰ, ਕੁਝ ਮਠਿਆਈ, ਲਾਲਟੈਨਾਂ, ਟਾਰਚ ਆਦਿ ਜ਼ਰੂਰੀ ਸਮਾਨ ਲੈ ਕੇ ਪੁੱਜੇ। ਬਾਬਾ ਜੀ ਦਾ ਆਸਨ ਚੁਬਾਰੇ 'ਤੇ ਸੀ। ਬਾਬਾ ਜੀ ਇਹ ਪ੍ਰਬੰਧ ਵੇਖ ਬੜੇ ਪ੍ਰਸੰਨ ਹੋਏ। ਲਾਲਾ ਜੀ ਨੇ ਦੱਸਿਆ ਕਿ ਇਸ ਪ੍ਰਸੰਨਤਾ ਵਿੱਚ ਆਪਣੀ ਸੋਟੀ ਮੇਰੇ ਮੋਢੇ 'ਤੇ ਰੱਖ ਪਿਆਰ ਨਾਲ ਬਾਬਾ ਜੀ ਨੇ ਫਰਮਾਇਆ, ਤੂੰ ਮੇਰਾ ਕਮਰ ਕੱਸਾ ਖੁਲਾਇਆ ਹੈ, ਮੈਂ ਬੜਾ ਖੁਸ਼ ਹਾਂ। ਆਪਣੇ ਵੱਲੋਂ ਬਾਬਾ ਜੀ ਤਬੀਅਤ ਵਿੱਚ ਇਤਨੀ ਸਾਦਗੀ ਸੀ ਕਿ ਇੱਥੇ ਲਾਲਾ ਧਨਪਤ ਰਾਏ ਜੀ ਅਨੁਸਾਰ ਠਹਿਰਨ ਸਮੇਂ ਤਕੀਏ ਦੀ ਲੋੜ ਪਈ ਤਾਂ ਇੱਕ ਬੋਰੀ ਵਿੱਚ ਗੰਦੀ ਨਿਕੰਮੀ ਤੂੜੀ ਭਰਵਾ ਕੇ ਕੰਮ ਸਾਰ ਲਿਆ, ਪਰ ਰੂਹ ਦੇ ਸਰਹਾਣੇ ਬਣਾਉਣ ਦੀ ਆਗਿਆ ਹੀ ਨਾ ਦਿੱਤੀ। ਅਗਲੇ ਦਿਨ ਇਲਾਕੇ ਦੇ ਪਿੰਡਾਂ ਵਿੱਚ, ਜਿਨ੍ਹਾਂ ਨੂੰ 12 ਟਿੱਬਿਆਂ ਕਹਿੰਦੇ ਸਨ, ਬਾਬਾ ਜੀ ਦੇ ਆਗਮਨ ਦੀ ਖਬਰ ਫੈਲ ਗਈ ਤੇ ਸੰਗਤਾਂ ਨੇ ਦਰਸ਼ਨਾਂ ਲਈ ਵਹੀਰਾਂ ਪਾ ਦਿੱਤੀਆਂ। ਨੇੜੇ ਤੇੜੇ ਜਿੱਥੇ ਅੱਗੇ ਜੰਗਲ ਸੀ, ਰਾਹ ਖਹਿਰਾ ਨਹੀਂ ਸੀ, ਸਾਰੇ ਪਾਸੇ ਨਵੀਆਂ ਡੰਡੀਆਂ ਪੈ ਗਈਆਂ ਤੇ ਇਸ ਤਰ੍ਹਾਂ ਜੰਗਲ ਵਿੱਚ ਮੰਗਲ ਦਿਸਣ ਲੱਗ ਪਿਆ। ਹੁਣ ਸੰਗਤ ਬਹੁਤ ਆਉਣ ਲੱਗ ਪਈ ਸੀ। ਬਾਬਾ ਜੀ ਨੇ ਵਿਚਾਰ ਪ੍ਰਗਟ ਕੀਤੀ ਕਿ ਇੱਥੇ ਕੁਟੀਆ ਬਣਾ ਦਿੱਤੀ ਜਾਵੇ। ਇਹ ਸੁਣਦਿਆਂ ਸਾਰ ਸਾਰੀ ਸੰਗਤ ਬੜੇ ਉਤਸ਼ਾਹ ਵਿੱਚ ਆ ਗਈ। ਝੱਟ ਸੇਵਾ ਸ਼ੁਰੂ ਹੋ ਗਈ। ਪਹਿਲਾਂ ਤਾਂ 2 ਕੁਕੁਮਾ ਬੰਜਰ ਜ਼ਮੀਨ ਨੂੰ ਕਾਨਿਆਂ ਦੇ ਕਮਾਣੇ ਨਾਲ ਵਲਿਆ ਤੇ ਫਿਰ ਵਿੱਚੋਂ ਕਾਨਿਆਂ ਦਾ ਹੀ ਛੱਪਰ ਤੇ ਕਾਨਿਆਂ ਦੀ ਕੁਟੀਆ ਬਣਾਈ, ਕਿਉਂਕਿ ਇਸ ਤਰ੍ਹਾਂ ਦੇ ਕੰਮ ਬਾਬਾ ਜੀ ਉਸੇ ਮਟੀਰੀਅਲ ਨਾਲ ਸਾਰਨਾ ਚਾਹੁੰਦੇ ਸਨ ਜੋ ਨੇੜੇ ਤੇੜਿਓਂ ਬਿਨਾਂ ਖਰਚ ਕਰਨ ਦੇ ਮਿਲ ਜਾਵੇ। ਸੇਵਾ ਦਾ ਇਹ ਉਤਸ਼ਾਹ ਕਿ ਜਿੰਨਾ ਆਪਣੀ ਹੱਥੀਂ ਪਾਣੀ ਪਾ ਕੇ ਵੀ ਨਹੀਂ ਸੀ ਪੀਤਾ, ਉਹ ਨੰਗੇ ਪੈਰੀ ਕੱਚੀਆਂ ਇੱਟਾਂ ਢੋਂਦੇ ਰਹੇ। ਕੋਈ ਅਮੀਰ, ਕੋਈ ਸਰਦਾਰ, ਕੋਈ ਸ਼ਾਹੂਕਾਰ, ਕੋਈ ਅਫਸਰ ਨਹੀਂ ਸੀ ਜਿਸ ਦੇ ਘਰ ਦਾ ਕੋਈ ਨਾ ਕੋਈ ਬੰਦਾ ਸੇਵਾ ਵਿੱਚ ਨਾ ਸ਼ਾਮਿਲ ਹੋਇਆ। ਇਹਨਾਂ ਪ੍ਰਤਿਸ਼ਠ ਮਜ਼ਦੂਰਾਂ ਵਿੱਚੋਂ ਧਨਪਤ ਰਾਏ ਹੋਰੀ ਵੀ ਸਨ। ਇਹਨਾਂ ਦੇ ਪਿੰਡ ਦੇ ਸਰਦਾਰ ਤੇਜਾ ਸਿੰਘ ਦਾ ਨਾਮ ਆਨਰੇਰੀ ਮੈਜਿਸਟ੍ਰੇਟ ਲਈ ਨਿਕਲ ਚੁੱਕਾ ਸੀ। ਬਿਲਾਸ ਵਿੱਚ ਸਰਦਾਰ ਤੇਜਾ ਸਿੰਘ ਨੇ ਇਹਨਾਂ ਦੀ ਟੋਕਰੀ ਵਿੱਚ ਇਤਨੀ ਮਿੱਟੀ ਪਾ ਦਿੱਤੀ ਕਿ ਲਾਲਾ ਧਨਪਤ ਰਾਏ ਬੜੀ ਔਖਿਆਈ ਨਾਲ ਮਿੱਟੀ ਚੁੱਕ ਕੇ ਲੈ ਜਾ ਰਿਹਾ ਸੀ। ਇਹ ਵੇਖ ਭਾਈ ਸੁਲੱਖਣ ਸਿੰਘ, ਜੋ ਇਹਨਾਂ ਦੀ ਪ੍ਰਤਿਸ਼ਠਾ ਤੋਂ ਚੰਗੀ ਤਰ੍ਹਾਂ ਜਾਣੂ ਸੀ, ਬਾਬਾ ਜੀ ਨੂੰ ਕਹਿਣ ਲੱਗਾ, ਜਿਵੇਂ ਉਸਨੇ ਪਿੱਛੋਂ ਦੱਸਿਆ, ਵੇਖੋ ਜੀ ਧਨਪਤ ਕਿੰਨਾ ਔਖਾ ਹੋ ਰਿਹਾ ਹੈ। ਬਾਬਾ ਜੀ, ਖੌਰੇ ਉਸ ਦਾ ਕਿਤਨਾ ਭਾਰ ਪਿਆ ਟਲਦਾ ਹੈ, ਚੁੱਪ ਕਰ, ਹਟ ਜਾ। ਠਾਠ ਸੰਪੂਰਨ ਹੋਣ ਤੇ ਕੀਰਤਨ, ਕਥਾ ਤੇ ਪਾਠਾਂ ਦਾ ਪ੍ਰੋਗਰਾਮ ਬੱਧਾ ਗਿਆ। ਇਹ ਕਲਯੁਗ ਨਾਲ ਮੋਰਚਾ ਸੀ। ਉਸਨੇ ਕਈ ਤਰ੍ਹਾਂ ਵਿਘਨ ਪਾਉਣੇ ਸ਼ੁਰੂ ਕੀਤੇ। ਪਾਠੀਆਂ ਨੇ ਭਿਆਨਕ ਦ੍ਰਿਸ਼ ਦੇਖਣੇ, ਕਦੀ ਸੱਪਾਂ ਸਲੂੰਗੜਿਆਂ ਦਾ ਛੱਤਾਂ ਵਿੱਚੋਂ ਡਿੱਗਣਾ। ਲੰਬੜਦਾਰ ਸੁੰਦਰ ਸਿੰਘ ਅਨੁਸਾਰ ਇਹਨਾਂ ਦਿਨਾਂ ਦੀ ਗੱਲ ਹੈ ਕਿ ਇੱਕ ਸਰਕਾਰੀ ਕਰਮਚਾਰੀ ਜੋ ਕਿਸੇ ਮਹਿਕਮੇ ਵਿੱਚ ਇੰਸਪੈਕਟਰ ਸੀ, ਸੰਗਤ ਕਰਨ ਲੱਗ ਪਿਆ ਤੇ ਰਾਤ ਨੂੰ ਸੁਖਮਨੀ ਸਾਹਿਬ ਦੇ ਪਾਠ ਕਰਨ ਦੀ ਡਿਊਟੀ ਦੇਣ ਲੱਗਾ। 2 ਵਜੇ ਚੌਂਕੜੀ ਮਾਰੋ ਪਾਠ ਕਰ ਰਿਹਾ ਸੀ ਕਿ ਕਿਸੇ ਗਿੱਲੀ ਚੀਜ਼ ਨੇ ਉਸਦੇ ਪੈਰਾਂ ਨੂੰ ਛੋਹਿਆ। ਇਹ ਵੇਖ ਕਿ ਕੋਈ ਵੱਡਾ ਸੱਪ ਸੀ, ਉਹ ਇਤਨਾ ਭੈਭੀਤ ਹੋਇਆ ਕਿ ਉਸ ਦੀਆਂ ਚਾਂਗਰਾਂ ਨਿਕਲ ਗਈਆਂ। ਬਾਬਾ ਜੀ ਨੂੰ ਪਤਾ ਲੱਗਣ ਤੇ ਝੱਟ ਆਏ। ਉਹਨਾਂ ਨੂੰ ਹੌਸਲਾ ਦਿੱਤਾ, ਭਾਈ ਤੂੰ ਗੁਰੂ ਨਾਨਕ ਸਾਹਿਬ ਦੀ ਸੇਵਾ ਵਿੱਚ ਸੈਂ, ਇਹ ਤੇਰੀ ਸੇਵਾ ਕਰਨ ਲੱਗਾ ਸੀ, ਇਸਨੇ ਦੱਸਣਾ ਥੋੜਾ ਸੀ। ਪਰ ਉਹ ਇੰਨਾ ਭੈਭੀਤ ਹੋਇਆ ਕਿ ਘੰਟਾ ਭਰ ਉਸਦੀ ਕੰਬਣੀ ਹੀ ਨਾ ਗਈ।
ਖੈਰ ਬਾਬਾ ਜੀ ਦੀ ਰੱਖਿਆ ਹੇਠ ਉਹਨਾਂ ਦੀ ਹਦਾਇਤ ਅਨੁਸਾਰ ਚੱਲਦਿਆਂ ਕਿਸੇ ਦਾ ਵੀ ਵਾਲ ਵਿੰਗਾ ਨਾ ਹੋਇਆ। ਇੱਥੇ ਰਹਿੰਦਿਆਂ ਕਈ ਹੋਰ ਘਟਨਾਵਾਂ ਵੀ ਹੋਈਆਂ ਜਿਨ੍ਹਾਂ ਦਾ ਟੁੱਕ ਮਾਤਰ ਹਾਲ ਹੋਰ ਥਾਂ ਆਇਆ ਹੈ, ਪਰ ਇੱਕ ਦੁਰਘਟਨਾ ਦਾ ਵੇਰਵਾ ਇੱਥੇ ਦੇਣਾ ਹੀ ਟੁਕਦਾ ਹੈ। ਇੱਕ ਦਿਨ ਬਾਬਾ ਜੀ ਸੈਰ ਕਰਦੇ ਕਰਦੇ ਦਰਿਆ ਦੀ ਢਾਹ ਤੇ ਚੂਨੀਆਂ ਤੋਂ 2-2.5 ਮੀਲ ਉੱਤਰ ਪੱਛਮ ਵੱਲ ਚਲੇ ਗਏ। ਨਾਲ 2-3 ਗੁਰਮੁਖ ਵੀ ਸਨ। ਦੀਵਾਨ ਦਾ ਵਕਤ ਹੋ ਗਿਆ, ਕੀਰਤਨ ਵੀ ਸ਼ੁਰੂ ਹੋ ਗਿਆ, ਸੰਗਤ ਵੀ ਬਹੁਤ ਉਡੀਕ ਵਿੱਚ ਬੈਠੀ ਸੀ। ਇਤਨੇ ਨੂੰ ਇੱਕ ਸਰਦਾਰ ਘੋੜੀ ਤੇ ਚੜ੍ਹ ਠਾਠ ਵਿੱਚ ਦਰਸ਼ਨਾਂ ਵਾਸਤੇ ਆਇਆ। ਬਾਬਾ ਜੀ ਦੇ ਦਰਸ਼ਨ ਨਾ ਹੋਣ ਦੇ ਕਾਰਨ ਪੁੱਛ ਕਿ ਬਾਬਾ ਜੀ ਕਿਤੇ ਸੈਰ ਕਰਦੇ ਦੂਰ ਚਲੇ ਗਏ ਹਨ। ਸਰਦਾਰ ਘੋੜੀ ਲੈ ਕੇ ਉੱਥੇ ਪਹੁੰਚਿਆ, ਚਰਨਾਂ ਤੇ ਮੱਥਾ ਟੇਕਿਆ, ਬੇਨਤੀ ਕੀਤੀ ਕਿ ਸੰਗਤ ਬਹੁਤ ਉਡੀਕ ਰਹੀ ਹੈ, ਆਪ ਇਸ ਘੋੜੀ ਤੇ ਚੜ੍ਹ ਕੇ ਚੱਲੋ। ਬਾਬਾ ਜੀ ਨੇ ਪਹਿਲਾਂ ਤਾਂ ਇਨਕਾਰ ਕੀਤਾ, ਪਰ ਸਰਦਾਰ ਦੇ ਬਹੁਤ ਬੇਨਤੀ ਕਰਨ ਤੇ ਕਿ ਘੋੜੀ ਬਹੁਤ ਅਸੀਲ ਹੈ, ਆਪ ਜ਼ਰੂਰ ਇਸ ਤੇ ਚੜ੍ਹ ਕੇ ਇਸ ਦੀ ਵੀ ਕਲਿਆਣ ਕਰੋ। ਬਾਬਾ ਜੀ ਘੋੜੀ ਤੇ ਚੜ੍ਹ ਬੈਠੇ। ਜਦੋਂ ਘੋੜੀ ਨੂੰ ਤੋਰਨ ਲੱਗੇ ਤਾਂ ਬਾਬਾ ਜੀ ਨੇ ਸੇਵਾਦਾਰ ਪਾਸੋਂ ਜਲ ਮੰਗਿਆ ਤੇ ਜਦ ਜਲ ਛਕਣ ਲੱਗੇ ਤਾਂ ਕਲਯੁਗ ਨੇ ਇਹੋ ਜਿਹਾ ਕੋਈ ਭਿਆਨਕ ਰੂਪ ਘੋੜੀ ਨੂੰ ਵਿਖਾਇਆ ਕਿ ਘੋੜੀ ਤ੍ਰਪਕ ਉੱਠੀ। ਜਦੋਂ ਡਰ ਕੇ ਦੌੜੀ ਤਾਂ ਬਾਬਾ ਜੀ ਘੋੜੀ ਤੋਂ ਡਿੱਗ ਪਏ ਤੇ ਬਾਬਾ ਜੀ ਦੇ ਦੋਨੋਂ ਗੁੱਟ ਉਤਰ ਗਏ। ਹੋਰ ਵੀ ਕੁਝ ਚੋਟਾਂ ਲੱਗੀਆਂ। ਇੱਕ ਸਿੰਘ ਨੇ ਦੌੜ ਕੇ ਠਾਠ ਵਿੱਚ ਪਤਾ ਦਿੱਤਾ ਤੇ 2-4 ਆਦਮੀ ਮੰਜਾ ਲੈ ਕੇ ਬਾਬਾ ਜੀ ਪਾਸ ਪਹੁੰਚੇ। ਮੰਜੇ ਨੂੰ ਤੱਕ ਕੇ ਬਾਬਾ ਜੀ ਉੱਠ ਖੜੇ ਹੋਏ। ਵੀਰਸ ਵਿੱਚ ਆ ਕੇ ਕਹਿਣ ਲੱਗੇ, ਗੁਰਮੁਖੋ, ਕਲਯੁਗ ਮਖੌਲ ਕਰੇਗਾ ਕਿ ਮੇਰਾ ਹੱਥ ਦੇਖਿਆ। ਇਤਨਾ ਬਚਨ ਕਰ ਬਾਬਾ ਜੀ ਪੈਦਲ ਹੀ 2 ਮੀਲ ਪੈੜਾ ਕਰ ਠਾਠ ਵਿੱਚ ਪਹੁੰਚੇ ਤੇ ਕਿਹਾ, ਗੁਰਮੁਖੋ, ਕਲਯੁਗ ਨਾਲ ਮੋਰਚਾ ਲੱਗਾ ਹੋਇਆ ਹੈ, ਤਕੜੇ ਰਹਿਣਾ, ਢਿੱਲੇ ਨਹੀਂ ਹੋਣਾ। ਇਹ ਕਹਿ ਕੇ ਬਾਬਾ ਜੀ ਅੰਦਰ ਆਰਾਮ ਵਿੱਚ ਹੋ ਗਏ। ਜਿਵੇਂ ਜਿਵੇਂ ਸੰਗਤ ਨੂੰ ਪਤਾ ਲੱਗਦਾ ਤਿਵੇਂ ਤਿਵੇਂ ਸੰਗਤ ਪੁੱਛ ਕਰਨ ਵਾਸਤੇ ਆਉਂਦੀ। ਇਤਨੇ ਚਿਰ ਨੂੰ ਹਕੀਮ ਤੇ ਡਾਕਟਰ ਵੀ ਪਹੁੰਚੇ ਤੇ ਸਲਾਹ ਕਰਕੇ ਬਾਬਾ ਜੀ ਦੀ ਆਗਿਆ ਅਨੁਸਾਰ ਦੇਸੀ ਇਲਾਜ ਸ਼ੁਰੂ ਕਰ ਦਿੱਤਾ। ਹਕੀਮਾਂ ਨੇ ਦੋਨੋਂ ਗੁੱਟ ਚੜ੍ਹਾ ਤੇ ਠੀਕ ਕਰਕੇ ਬੰਨ੍ਹ ਦਿੱਤੇ। ਹੋਰ ਵੀ ਜਿੱਥੇ ਜਿੱਥੇ ਚੋਟਾਂ ਲੱਗੀਆਂ ਸਨ ਉੱਥੇ ਦਵਾਈ ਲਗਾ ਕੇ ਇਹ ਕਿਹਾ ਕਿ ਪਾਣੀ ਨਾਲ ਭਿਉਣਾ ਨਹੀਂ ਤੇ ਆਸਨ ਤੋਂ ਹਿਲਣਾ ਨਹੀਂ, ਪੂਰਾ ਆਰਾਮ ਕਰਨਾ ਹੈ। ਹੋਰ ਸਭ ਸੰਗਤ ਨੂੰ ਤਾਂ ਬਾਬਾ ਜੀ ਨੇ ਤੋਰ ਦਿੱਤਾ, ਪਰ 3 ਹਜੂਰੀਏ ਪਾਸ ਰੱਖੇ, ਸੁਲੱਖਣ ਸਿੰਘ, ਹਜੂਰਾ ਸਿੰਘ ਤੇ ਨਾਨਕਾ ਸਿੰਘ। ਰਾਤ ਨੂੰ 12:30 ਵਜੇ ਬਾਬਾ ਜੀ ਨੇ ਪੱਟੀਆਂ ਖੋਲ ਕੇ ਇਸ਼ਨਾਨ ਕੀਤਾ ਤੇ ਫਿਰ ਉਸੇ ਤਰ੍ਹਾਂ ਪੱਟੀਆਂ ਬੰਨ੍ਹ ਆਪਣੇ ਆਸਨ ਤੇ ਬਿਰਾਜਮਾਨ ਹੋ ਉੱਪਰ ਕੱਪੜਾ ਲੈ ਹਜੂਰੀਆਂ ਨੂੰ ਹੁਕਮ ਕੀਤਾ ਕਿ ਤੁਸੀਂ ਪਹਿਰਾ ਰੱਖਣਾ ਹੈ। ਜਿਤਨਾ ਚਿਰ ਅਸੀਂ ਆਪ ਕੱਪੜਾ ਨਹੀਂ ਲਾਵਾਂਗੇ ਉਤਨਾ ਚਿਰ ਤੁਸੀਂ ਸਾਡੇ ਉੱਪਰੋਂ ਕੱਪੜਾ ਨਹੀਂ ਚੁੱਕਣਾ। ਇਤਨੀ ਹਦਾਇਤ ਕਰ ਆਪਣੇ ਨਿੱਜ ਸਰੂਪ ਵਿੱਚ ਐਸੇ ਲੀਨ ਹੋ ਗਏ ਕਿ 2 ਦਿਨ ਬਾਬਾ ਜੀ ਦਾ ਅੰਗ ਤੱਕ ਨਹੀਂ ਫਕਰਿਆ। ਹਜੂਰੀਏ ਘਾਬਰ ਗਏ ਕਿ ਇਹ ਕੀ ਬਣਿਆ, ਦੁਨੀਆ ਸਾਨੂੰ ਕੀ ਕਹੇਗੀ ਕਿ ਸੇਵਾ ਕਰਨ ਦੀ ਥਾਂ ਬਾਬਾ ਜੀ ਦਾ ਸਰੀਰ ਹੀ ਅਲੋਪ ਕਰ ਦਿੱਤਾ ਹੈ, ਪਰ ਕਿਸੇ ਨੂੰ ਦੱਸਣ ਦਾ ਵੀ ਹੁਕਮ ਨਹੀਂ ਸੀ। ਆਖਰ ਹਜੂਰੀਆਂ ਨੇ ਅਰਦਾਸ ਕੀਤੀ। ਇਸ ਪਰ ਤੀਜੇ ਦਿਨ ਬਾਬਾ ਜੀ ਨੇ ਚਾਦਰ ਉੱਪਰ ਤੋਂ ਲਾਹੀ। ਹਜੂਰੀਆਂ ਤੋਂ ਸਾਰਾ ਸਮਾਚਾਰ ਪੁੱਛਿਆ ਤੇ ਆਪ ਬਾਬਾ ਜੀ ਨੇ ਫਰਮਾਇਆ ਕਿ ਸਤਿਗੁਰੂ ਨਾਨਕ ਪਾਤਸ਼ਾਹ ਨੇ ਕਿਰਪਾ ਕੀਤੀ ਤੇ ਦਰਗਾਹ ਲੈ ਗਏ ਸੀ। ਹੁਣ ਸਰੀਰ ਨੂੰ ਖੇਦ ਦੇਖਣ ਮਾਤਰ ਰਹਿ ਗਿਆ ਸੀ। ਭਾਈ ਨਾਨਕਾ ਸਿੰਘ ਨੇ ਦੱਸਿਆ ਕਿ ਇੱਕ ਹੋਰ ਸਿੰਘ ਜੋ 3 ਦਿਨ ਖਲੋਤਾ ਰਿਹਾ, ਉਸਨੂੰ ਫੁਰਨਾ ਹੋਇਆ ਕਿ ਤੁਹਾਨੂੰ ਕਾਹਦਾ ਦੁੱਖ ਆ ਗਿਆ ਹੈ, ਤਾਂ ਫਰਮਾਇਆ ਕਿ ਦੁਨੀਆ ਦੇ ਪਾਪ ਸਾਨੂੰ ਭੁਗਤਣੇ ਪੈਂਦੇ ਹਨ। ਲਾਲਾ ਧਨਪਤ ਰਾਏ ਅਨੁਸਾਰ ਕਿਸੇ ਨਿੰਦਕ ਚੁਗਲਖੋਰ ਨੇ ਸਰਕਾਰੇ ਗੁਪਤ ਖਬਰ ਭੇਜੀ ਕਿ ਅਕਾਲੀਆਂ ਨੂੰ ਬਾਬਾ ਜੀ ਦੀ ਸ਼ਹਿ ਹੈ। ਉਸ ਵੇਲੇ ਮੈਂ ਤਾਂ ਨਾਨਕ ਚੰਦ ਚੂਨੀਆਂ ਦਾ ਥਾਣੇਦਾਰ ਸੀ। ਮੇਰਾ ਉਸ ਨਾਲ ਪ੍ਰੇਮ ਸੀ। ਉਸ ਤੋਂ ਪਤਾ ਲੱਗਣ ਤੇ ਮੈਂ ਬਾਬਾ ਜੀ ਨੂੰ ਦੱਸਿਆ ਤਾਂ ਸੁਣ ਕੇ ਹੱਸ ਪਏ ਤੇ ਫਰਮਾਇਆ ਆਪੇ ਡਿੱਗ ਪੈਣਗੇ। ਆਪਣੀ ਤਸੱਲੀ ਕਰਨ ਲਈ ਮੈਂ ਤਾਂ ਹਰ ਰੋਜ਼ ਬਾਬਾ ਜੀ ਦੇ ਦੀਵਾਨ ਵਿੱਚ ਆਉਂਦਾ ਰਿਹਾ, ਇੱਕ ਪੂਰਾ ਮਹੀਨਾ। ਫਿਰ ਉਹ ਮੈਨੂੰ ਕਹਿਣ ਲੱਗਾ ਕਿ ਕਿਸੇ ਨੇ ਐਵੇਂ ਟੱਕਰਾਂ ਮਾਰੀਆਂ ਹਨ। ਇਹੋ ਜਿਹੇ ਸਾਧੂ ਦੇ ਵਿਰੁੱਧ ਕਹਿਣ ਵਾਲਾ ਮਹਾ ਝੂਠਾ ਹੈ। ਇੱਥੇ ਤਾਂ ਸ਼ਿਵਾ ਨਾਮ ਤੇ ਨਾਨਕ ਨਿਰੰਕਾਰ ਦੀ ਯਾਦ ਤੋਂ ਗੱਲ ਹੀ ਹੋਰ ਕੋਈ ਨਹੀਂ ਹੁੰਦੀ।
4 ਕੁ ਮਹੀਨੇ ਠਹਿਰ ਕੇ ਬਾਬਾ ਜੀ ਮਹੀਨੇ ਕੁ ਲਈ ਦੇਊ ਸਿਆਲ ਪਧਾਰੇ। ਰੇਤਲਾ ਇਲਾਕਾ ਤੇ ਸਖਤ ਗਰਮੀ ਦੀ ਰੁੱਤ, ਪਰ ਸੰਗੀਆਂ ਦੇ ਪ੍ਰੇਮ ਦੀ ਖਿੱਚ ਇਤਨੀ ਸੀ ਕਿ ਇਸ ਗੱਲ ਦੀ ਕੋਈ ਪਰਵਾਹ ਨਾ ਹੁੰਦੀ। ਨਗਰੋਂ ਬਾਹਰ ਛੱਪਰ ਦੇ ਕੰਢੇ ਇੱਕ ਵੱਡੀ ਬੇਰ ਸੀ, ਜਿਸ ਨਾਲ ਬਾਬਾ ਜੀ ਦਾ ਸੁਭਾਵਕ ਪ੍ਰੇਮ ਸੀ, ਕਿਉਂਕਿ ਉਹਨਾਂ ਦੇ ਕਥਨ ਅਨੁਸਾਰ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਕਦੇ ਇੱਥੇ ਚਰਨ ਪਾਏ ਸਨ। ਇੱਥੇ ਹੀ ਇੱਕ ਛੱਪਰ ਬਣਾਇਆ ਗਿਆ ਗਰਮੀ ਤੋਂ ਬਚਾਅ ਕਰਨ ਲਈ, ਤਾਂ ਕਿ ਅਤੇ ਦਰਵਾਜ਼ੇ ਅੱਗੇ ਖਸ ਦੀ ਇੱਕ ਐਸੀ ਬੂਟੀ ਤੋਂ ਕੰਮ ਲਿਆ ਜਿਸ ਨੂੰ ਜਵਾਹਰ ਕਹਿੰਦੇ ਹਨ। ਇਹ ਕੰਡੇਦਾਰ ਬੂਟੀ ਜੰਗਲ ਦੀ ਆਮ ਉਪਜ ਸੀ। ਇਸ ਉੱਤੇ ਜਦ ਪਾਣੀ ਛਿੜਕੀਦਾ ਤਾਂ ਠੰਡ ਤੋਂ ਛੁੱਟ ਇੱਕ ਅਨੋਖੀ ਸੁਗੰਧੀ ਵੀ ਉਤਪੰਨ ਹੁੰਦੀ। ਇੱਕ ਦਿਨ ਦੀ ਗੱਲ ਹੈ ਕਿ ਇੱਕ ਰਮਤਾ ਸਾਧੂ ਬਾਬਾ ਜੀ ਦੇ ਦਰਸ਼ਨਾਂ ਲਈ ਇੱਥੇ ਆਇਆ। ਮਾਰੂਥਲ ਵਿੱਚ ਇਹੋ ਜਿਹੀ ਸੋਹਣੀ ਠੰਡੀ ਤੇ ਅਨੋਖੀ ਕੁਟੀਆ ਵੇਖ ਕਹਿਣ ਲੱਗਾ, ਵਾਹ ਵਾਹ, ਕੈਸੀ ਸੋਹਣੀ ਥਾਂ ਹੈ। ਬਾਬਾ ਜੀ, ਚਲੋ ਜੀ, ਤੁਹਾਨੂੰ ਪਸੰਦ ਹੈ। ਉਹ, ਚੰਗੀ ਚੀਜ਼ ਨੂੰ ਕੌਣ ਨਹੀਂ ਸਲਾਹੁੰਦਾ। ਚੰਗਾ, ਫਿਰ ਤੁਸੀਂ ਹੀ ਬਿਰਾਜੋ, ਕਹਿ ਤੇ ਆਪਣੀ ਸੋਟੀ ਚੁੱਕ ਬਾਬਾ ਜੀ ਆਪ ਬਾਹਰ ਨਿਕਲ ਆਏ। ਜਦ ਵਾਪਸ ਮੁੜੇ ਤਾਂ ਸਾਧੂ ਨੂੰ ਉੱਥੇ ਬੈਠਾ ਵੇਖ ਸੰਗੀਆਂ ਨੂੰ ਸ਼ੱਕ ਪਿਆ। ਬਾਬਾ ਜੀ ਦਾ ਪਿੱਛਾ ਕੀਤਾ, ਆਪਣੀਆਂ ਭੁੱਲਾਂ ਬਖਸ਼ਾਉਣ ਲੱਗੇ, ਪਰ ਬਾਬਾ ਜੀ ਨੇ ਫਰਮਾਇਆ, ਤੁਹਾਥੋਂ ਤਾਂ ਕੋਈ ਭੁੱਲ ਨਹੀਂ ਹੋਈ। ਉਸ ਸਾਧ ਨੂੰ ਛੱਪਰ ਪਸੰਦ ਆ ਗਿਆ ਸੀ। ਅਸਾਂ ਕਿਹਾ ਉਹ ਹੀ ਲੈ ਲਵੇ। ਇੱਥੇ ਇੱਕ ਪੂਰਨਮਾਸ਼ੀ ਦਾ ਦੀਵਾਨ ਵੀ ਸੱਜਿਆ। ਉਸ ਸਮੇਂ ਬਾਬਾ ਜੀ ਨੇ ਸਹਿਜ ਸੁਭਾਅ ਬਚਨ ਕੀਤਾ ਕਿ ਗੁਰੂ ਨਾਨਕ ਸਾਹਿਬ ਦੀ ਯਾਦ ਵਿੱਚ ਇੱਥੇ ਕੁਝ ਬਣਨਾ ਚਾਹੀਦਾ ਹੈ। ਬਚਨ ਕਰਨ ਦੀ ਦੇਰ ਸੀ ਕਿ ਬਹੁਤ ਸ਼ਰਧਾਲੂ ਉਗਰਾਹੀ ਲਿਖਾਉਣ ਲੱਗ ਪਏ, ਪਰ ਗੱਲ ਮਰਿਆਦਾ ਵਿਰੁੱਧ ਹੋਣ ਕਾਰਨ ਬਾਬਾ ਜੀ ਨੇ ਤਾੜਨਾ ਨਾਲ ਕਿਹਾ, ਇਹ ਉਗਰਾਹੀ ਮੈਨੂੰ ਸੁਣਾਉਣ ਦੀ ਲੋੜ ਨਹੀਂ, ਤੁਸੀਂ ਆਪ ਹੀ ਕਰ ਲੈਣਾ। ਫਿਰ ਅਗਲੀ ਸਵੇਰ ਨੂੰ ਫਰਮਾਇਆ ਕਿ ਇਸ ਇਲਾਕੇ ਵਿੱਚ ਕੁਝ ਹੋਣ ਵਾਲਾ ਹੈ, ਬਣਾਉਣ ਦੀ ਲੋੜ ਨਹੀਂ। ਦੇਊ ਸਿਆਲ ਅਖੰਡ ਪਾਠ ਰਖਾਏ ਗਏ। ਪਾਠੀਆਂ ਵਿੱਚੋਂ ਇੱਕ ਭਾਈ ਦਲੀਪ ਸਿੰਘ ਸੀ। ਉਸ ਦੀ ਨੌਜਵਾਨ ਸਿੰਘਣੀ ਨੂੰ ਇੱਕ ਸਰਦਾਰ ਨੇ ਕੁਝ ਮਖੌਲ ਕੀਤਾ। ਪਾਠੀ ਸਿੰਘ ਬਾਬਾ ਜੀ ਪਾਸ ਜਾ ਕੇ ਰੋਇਆ ਕਿ ਤੁਹਾਡੇ ਹੁੰਦਿਆਂ ਸਾਡੇ ਨਾਲ ਇਵੇਂ ਹੋਵੇ। ਬਾਬਾ ਜੀ ਨੇ ਸੁਭਾਵਕ ਬਚਨ ਕੀਤਾ, ਡਰ ਨਾ, ਆਪੇ ਆਪਣਾ ਕੀਤਾ ਪਾਵੇਗਾ। ਮਾਝੇ ਦੇ ਅਨੇਕ ਸਰਦਾਰਾਂ ਵਾਂਗ ਸਰਦਾਰ ਸ਼ਰਾਬੀ ਤਾਂ ਸੀ ਹੀ। ਪਹਿਲੀ ਸ਼ਾਦੀ ਵਿੱਚ ਔਲਾਦ ਨਾ ਹੋਣ ਕਰਕੇ ਉਸਨੇ ਇੱਕ ਮੁਸਲਮਾਨੀ ਨਾਲ ਵਿਆਹ ਕਰਵਾਇਆ ਹੋਇਆ ਸੀ। ਇਸ ਗੱਲ ਦੇ ਥੋੜ੍ਹੇ ਦਿਨਾਂ ਪਿੱਛੋਂ ਰਾਤ ਨੂੰ ਸੁੱਤਿਆਂ ਪਿਆ ਉਸ ਦੇ ਸ਼ਰੀਕਾਂ ਨੇ ਕੋਈ ਬਦਲਾ ਲੈਣ ਲਈ ਉਸਨੂੰ ਕਤਲ ਕਰ ਦਿੱਤਾ, ਕਿਉਂਕਿ ਮਾਝੇ ਵਿੱਚ ਇਵੇਂ ਹੀ ਬਦਲੇ ਕੱਢੇ ਜਾਂਦੇ ਸਨ। ਜਦ ਕਿਸੇ ਕਾਤਲ ਨੇ ਸੈਸ਼ਨ ਜਾਂ ਹਾਈ ਕੋਰਟ ਨੇ ਉਸ ਨੂੰ ਛੱਡ ਦੇਣਾ ਤਾਂ ਦੂਜੀ ਧਿਰ ਨੇ ਕਹਿਣਾ, ਜੇ ਅਦਾਲਤ ਨੇ ਉਸ ਨੂੰ ਛੱਡ ਦਿੱਤਾ ਹੈ ਤਾਂ ਅਸੀਂ ਤੇ ਨਹੀਂ ਛੱਡਿਆ, ਅਸੀਂ ਆਪ ਬਦਲਾ ਲਵਾਂਗੇ। ਦੇਊ ਸਿਆਲ ਤੋਂ ਹਜੂਰਾ ਬਹੁਤਾ ਦੂਰ ਨਹੀਂ ਸੀ। ਉੱਥੋਂ ਦੀ ਸੰਗਤ ਵੀ ਦਰਸ਼ਨਾਂ ਲਈ ਪਿਕ ਰਹੀ ਸੀ। ਕੁਝ ਸਮੇਂ ਲਈ ਉੱਥੇ ਹੀ ਪਧਾਰੇ। ਹਜੂਰੇ ਲਾਲਾ ਮੇਲਾ ਰਾਮ, ਬੂਲਾ ਰਾਮ ਤੇ ਬੇਲੀ ਰਾਮ ਟੰਡਨ ਸੇਵਾ ਕਰਦੇ ਸਨ। ਆਬਾਦੀ ਤੋਂ ਮੁੰਨਾ ਕੁ ਮੀਲ ਬਾਹਰ ਇੱਕ ਖਾਲੀ ਥਾਂ ਤੇ ਟਿਕਾਣਾ ਕੀਤਾ। ਇੱਥੇ ਲਾਲਾ ਬਲਾਕੀ ਰਾਮ ਵੀ ਬੜਾ ਸ਼ਰਧਾਲੂ ਸੀ, ਪਰ ਉਸ ਨੂੰ ਹੁੱਕੇ ਦੀ ਬੜੀ ਇੱਲਤ ਸੀ। ਜਦ ਅੰਮ੍ਰਿਤ ਪ੍ਰਚਾਰ ਹੋਣ ਲੱਗਾ ਤਾਂ ਬਲਾਕੀ ਰਾਮ ਨਾਲ ਵੀ ਕਿਸੇ ਨੇ ਗੱਲ ਕੀਤੀ। ਉਹ ਕਹਿਣ ਲੱਗਾ, ਹਾਲੀ ਤਾਂ ਮੇਰੇ ਅੰਦਰ ਤੰਬਾਕੂ ਦੀ ਬੂ ਆਉਂਦੀ ਹੈ, ਵਰੇ ਵਿੱਚ ਉਹ ਨਿਕਲੇਗੀ ਤਾਂ ਅੰਮ੍ਰਿਤ ਛਕਾਂਗਾ। ਜਦ ਬਾਬਾ ਜੀ ਦੇ ਸਾਹਮਣੇ ਇਹ ਗੱਲ ਚੱਲੀ ਤਾਂ ਹੱਸਦਿਆਂ ਹੱਸਦਿਆਂ ਉਸ ਨੂੰ ਕਹਿਣ ਲੱਗੇ ਕਿ ਜੇ ਤੂੰ ਸਾਲ ਤੱਕ ਮਰ ਜਾਏ ਤਾਂ ਉਹ ਮਰਨ ਦਾ ਅਫਸੋਸ ਕਰ ਕੋਈ ਨਹੀਂ, ਸਰੀਰ ਨੇ ਤਾਂ ਜਾਣਾ ਹੀ ਹੈ, ਪਰ ਬੇਨਤੀ ਹੈ ਕਿ ਮੇਰੇ ਪ੍ਰਾਣ ਉਦੋਂ ਨਿਕਲਣ ਜਦੋਂ ਆਪ ਦੇ ਦਰਸ਼ਨ ਹੋਣ। ਪਰਮਾਤਮਾ ਦਾ ਭਾਣਾ ਐਸਾ ਵਰਤਿਆ ਕਿ ਸਿਆਲ ਦੇ ਅੰਦਰ ਹੀ ਬਲਾਕੀ ਰਾਮ ਦਾ ਅੰਤ ਆ ਗਿਆ। ਉਸ ਦੇ ਅੰਤ ਸਮੇਂ ਬਾਬਾ ਜੀ ਨੇ ਜਾ ਕੇ ਦਰਸ਼ਨ ਦਿੱਤੇ ਤੇ ਫਰਮਾਇਆ, ਉਸ ਦਿਨ ਤੇਰੇ ਆਉਣ ਉੱਤੇ ਕੁਦਰਤੀ ਮੂੰਹੋਂ ਬਚਨ ਨਿਕਲ ਗਿਆ ਸੀ। ਇਸ ਤਰ੍ਹਾਂ ਭਜਨਗੜ੍ਹ, ਦੀਪਾਲਪੁਰ ਆਦਿ ਇਲਾਕੇ ਦੇ ਹੋਰ ਪਿੰਡਾਂ ਦਾ 2 ਕੁ ਮਹੀਨੇ ਵਿੱਚ ਦੌਰਾ ਕਰਕੇ ਫਿਰ ਚੂਨੀਆਂ ਵਾਪਸ ਪਧਾਰੇ। ਬਰਸਾਤ ਇੱਥੇ ਹੀ ਕੱਟੀ।
ਇਸ ਸਮੇਂ ਵਿੱਚ ਹੋਈਆਂ ਕੁਝ ਛੋਟੀਆਂ-ਛੋਟੀਆਂ ਘਟਨਾਵਾਂ ਦਾ ਜ਼ਿਕਰ ਸਰਦਾਰ ਲਾਲ ਸਿੰਘ ਜੀ ਸੋਢੇ ਵਾਲੇ ਅਨੁਸਾਰ ਇੱਥੇ ਹੀ ਕੀਤਾ ਜਾਂਦਾ ਹੈ। ਬਾਬਾ ਜੀ ਸਵੇਰੇ ਆਸਾ ਦੀ ਵਾਰ ਦੇ ਕੀਰਤਨ ਵਿੱਚ ਭੌਰੇ ਵਿੱਚੋਂ ਪੁੱਛਿਆ ਕਰਦੇ ਸਨ ਕਿ ਕਿਹੜਾ ਹਾਜ਼ਰ ਹੈ। ਬਹੁਤ ਸਾਰਿਆਂ ਦੇ ਨਾਮ ਲੈ ਲੈ ਕੇ ਪੁੱਛਣਾ। ਲਾਲ ਸਿੰਘ, ਨਰੈਣ ਭਗਤ, ਸੁਰੈਣ ਸਿੰਘ। ਇੱਕ ਦਿਨ ਤਨਪਤ ਦੇ ਨਾਮ ਤੇ ਕਿਸੇ ਨੇ ਕਹਿ ਦਿੱਤਾ ਹਾਜ਼ਰ, ਜਿਵੇਂ ਕਿ ਕਾਲਜਾਂ ਵਿੱਚ ਕਈ ਮੁੰਡੇ ਅੱਜ ਕੱਲ੍ਹ ਕਰ ਦਿੰਦੇ ਹਨ। ਬਾਬਾ ਜੀ ਝੱਟ ਬਿਸਤਰੇ ਤੇ ਹਾਜ਼ਰ। ਲਾਲਾ ਮੋਹਨ ਲਾਲ ਦੁਕਾਨਦਾਰ ਚੁਣਿਆ ਸਾਨੂੰ ਕਿਹਾ ਜਾਂਦਾ ਸੀ ਕਿ ਉਸ ਨੂੰ ਵੀ ਦਰਸ਼ਨ ਕਰਾਏ ਜਾਣ। ਮੈਂ ਕਿਹਾ ਕਿ ਜਿੰਨਾ ਚਿਰ ਤੂੰ ਹੁੱਕਾ ਨਾ ਛੱਡੇ ਅਸੀਂ ਤੈਨੂੰ ਨਾਲ ਲੈ ਜਾਣ ਨੂੰ ਤਿਆਰ ਨਹੀਂ। ਸਾਡੀ ਗੱਲ ਮੰਨ। ਉਸਨੇ ਹੁੱਕਾ ਪੀਣਾ ਛੱਡ ਦਿੱਤਾ, ਸੋ ਅਸੀਂ ਉਸਨੂੰ ਨਾਲ ਲਿਆਏ। ਉਸਨੇ ਦਰਸ਼ਨ ਕੀਤੇ। ਪ੍ਰਸੰਨ ਤਾਂ ਬੜਾ ਹੋਇਆ, ਪਰ ਉਸਨੇ 3 ਵਾਰ ਫੇਰ ਮੈਨੂੰ ਕਿਹਾ ਕਿ ਸਰਦਾਰ ਜੀ, ਇਹ ਤਾਂ ਬਾਬਾ ਜੀ ਨੂੰ ਕਹਿ ਛੱਡੋ ਕਿ ਇਹ ਮੋਹਨ ਕਹਿ ਚੂਨੀਆਂ ਵਾਲਾ ਅੰਤਰਜਾਮੀ ਬਾਬਾ ਜੀ ਨੂੰ ਭਲਾ ਇਹੋ ਜਿਹੀ ਗੱਲ ਕਹਿਣ ਦੀ ਸਾਨੂੰ ਕੀ ਲੋੜ ਸੀ। ਅਸੀਂ ਪ੍ਰਸ਼ਾਦਾ ਰੱਖ ਕੇ ਮੱਥਾ ਟੇਕਿਆ ਹੀ ਸੀ ਤਾਂ ਸਾਡੇ ਕਹਿਣ ਤੋਂ ਬਿਨਾਂ ਆਪਣੀ ਲੰਮੀ ਸੋਟੀ ਮੋਹਨ ਦੇ ਪ੍ਰਸ਼ਾਦ ਉੱਤੇ ਮਾਰ ਕੇ 3 ਵੇਰੀ ਕਿਹਾ, ਮੋਹਨ ਮੋਹਨ ਮੋਹਨ। ਇਹ ਵੇਖ ਕੇ ਉਸ ਦੀ ਹੈਰਾਨੀ ਦੀ ਹੱਦ ਨਾ ਰਹੀ। ਇਸ ਵੇਰੀ ਠਾਠ ਬੜਾ ਸੋਹਣਾ ਤੇ ਵੱਡਾ ਬਣਿਆ ਹੋਇਆ ਸੀ, ਇਤਨਾ ਕਿ ਕਲੇਰਾਂ ਦੀ ਸੰਗਤ ਆਈ ਤਾਂ ਠਾਠ ਵੇਖ ਕੇ ਪ੍ਰਸੰਨ ਹੋ ਗਈ। ਅੰਦਰ ਜਾਣ ਦਾ ਰਾਹ ਹੋਰ ਬਾਹਰ ਆਉਣ ਜਾਂ ਹੋਰ ਵੇਖ ਕੇ ਬੌਂਦਲ ਹੀ ਗਏ। ਚੂਨੀਆਂ ਦੀ ਸੰਗਤ ਦੇ ਦਿਲ ਵਿੱਚ ਖਿਆਲ ਆਇਆ ਕਿ ਇਹੋ ਜਿਹਾ ਠਾਠ ਬਣਾ ਕੇ ਬਾਬਾ ਜੀ ਹੁਣ ਬੈਠਣਗੇ, ਪਰ 2 ਕੁ ਮਹੀਨੇ ਹੋਰ ਸਮਾਂ ਦੇਣ ਪਿੱਛੋਂ ਆਸਨ ਚੁੱਕਣ ਤੇ ਮਾਲਵੇ ਵੱਲ ਮੁਹਾਰਾ ਮੋੜਨ ਦਾ ਹੁਕਮ ਆ ਗਿਆ। ਸੰਗੀਆਂ ਨੂੰ ਹੁਕਮ ਦਿੱਤਾ ਕਿ ਠਾਠ ਨੂੰ ਅਗਨੀ ਦੀ ਭੇਟਾ ਕਰ ਦਿੱਤਾ ਜਾਵੇ। ਇਹ ਸੁਣ ਕੇ ਸੰਗੀ ਸਭ ਹੈਰਾਨ ਹੋਏ ਕਿ ਬੜੇ ਸ਼ੌਕ ਨਾਲ ਠਾਠ ਬਣਵਾਇਆ ਸੀ ਤੇ ਹੁਣ ਅੱਗ ਲੱਗੇਗੀ। ਅਗਲੇ ਦਿਨ ਕਾਰਨ ਪੁੱਛਣ ਤੋਂ ਨਾ ਰਹਿ ਸਕੇ। ਮੁਖੀ ਸੰਗੀਆਂ ਦੇ ਬੇਨਤੀ ਕਰਨ ਤੇ ਫਰਮਾਇਆ ਕਿ ਨਿਤਨੇਮ ਕਰਨ ਲੱਗਿਆਂ ਕਦੀ ਖਿਆਲ ਆਉਂਦਾ ਹੈ ਕਿ ਫਲਾਣੀ ਥਾਂ ਸਾਡੀ ਕੁਟੀਆ ਹੈ। ਇਹ ਵੀ ਇੱਕ ਮੋਹ ਦਾ ਬੰਧਨ ਹੈ। ਚੂਨੀਆਂ ਦੀ ਸੰਗਤ ਦੀ ਹਉਮੈ ਨੂੰ ਵੀ ਦਬਾਉਣਾ ਹੋਵੇਗਾ। ਇਸ ਗੱਲ ਦੀ ਚਰਚਾ ਹਰਿਦੁਆਰ ਤੱਕ ਗਈ ਤਾਂ ਉੱਥੇ ਕਥਾ ਇੱਕ ਮਹਾਤਮਾ ਨੇ ਕਿਹਾ ਕਿ ਅਖਾਣ ਤਾਂ ਸੀ, ਆਈ ਮੌਜ ਫਕੀਰ ਕੀ ਦਿਆ ਚੌਪੜਾ ਫੂਕ, ਪਰ ਇਹ ਹੈ ਸੱਚ ਕਰਕੇ ਇਹਨਾਂ ਨੇ ਹੀ ਵਿਖਾਇਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।